ਹੈਲੋ ਸਟੂਡੈਂਟਸ, ਅੱਜ ਦੇ ਇਸ ਦੂਸਰੇ ਵੀਡੀਓ ਲੈਕਚਰ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ। ਇਸ ਤੋਂ ਪਹਿਲਾਂ ਆਪਾਂ ਇੱਕ ਫੋਰਸ ਐਂਡ ਮੋਸ਼ਨ 'ਤੇ ਇੱਕ ਵੀਡੀਓ ਲੈਕਚਰ ਕੀਤਾ ਹੋਇਆ ਹੈ, ਜਿਸ ਵਿੱਚ ਆਪਾਂ ਕਾਫੀ ਸਾਰੇ ਟੌਪਿਕ ਕਵਰ ਕੀਤੇ ਸੀ। ਮੈਂ ਦੱਸਦਾ ਚੱਲਾਂ ਕਿ ਆਪਾਂ ਅਪਲਾਈਡ ਫਿਜ਼ਿਕਸ ਦਾ ਚੈਪਟਰ ਨੰਬਰ 2 ਫੋਰਸ ਐਂਡ ਮੋਸ਼ਨ ਸ਼ੁਰੂ ਕਰ ਰੱਖਿਆ ਹੈ, ਜਿਸ ਦੇ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਆਪਾਂ ਗੱਲ ਕੀਤੀ ਸੀ ਸਕੇਲਰ ਔਰ ਵੈਕਟਰ ਕੁਆਂਟੀਟੀਜ਼ ਬਾਰੇ। ਵੈਕਟਰ ਕੁਆਂਟੀਟੀਜ਼ ਕੀ ਹੁੰਦੀਆਂ ਨੇ ਉਹਨਾਂ ਦੇ ਬਾਬਤ ਗੱਲ ਹੋਈ ਸੀ। ਕਿਸ ਕਿਸ ਟਾਈਪ ਦੇ ਹੁੰਦੇ ਨੇ ਉਹ ਗੱਲ ਕੀਤੀ ਸੀ ਆਪਾਂ। ਕਿਹੜੀਆਂ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਰੀਪ੍ਰਜੈਂਟ ਕਰ ਸਕਦੇ ਹਾਂ। ਫਿਰ ਆਪਾਂ ਇਹ ਵੀ ਟੌਪਿਕ ਪੜ੍ਹਿਆ ਸੀ ਕਿ ਆਪਾਂ ਵੈਕਟਰਸ ਨੂੰ ਕਿਸ ਪ੍ਰਕਾਰ ਐਡ ਜਾਂ ਸਬਟਰੈਕਟ ਵੀ ਕਰ ਸਕਦੇ ਹਾਂ। ਫਿਰ ਆਪਾਂ ਕ੍ਰਾਸ ਪ੍ਰੋਡਕਟ ਔਰ ਡਾਟ ਪ੍ਰੋਡਕਟ ਉਹਨਾਂ ਨੂੰ ਮਲਟੀਪਲਾਈ ਕਿੱਦਾਂ ਕਰ ਸਕਦੇ ਹਾਂ ਉਹਦਾ ਬਾਰੇ ਵੀ ਆਪਾਂ ਪ੍ਰੋਡਕਟ ਆਫ ਵੈਕਟਰਸ ਵੀ ਡਿਸਕਸ ਕੀਤਾ ਸੀ। ਅੱਜ ਉਸੇ ਹੀ ਚੈਪਟਰ ਦਾ ਪਾਰਟ 2 ਮੈਂ ਤੁਹਾਡੇ ਸਭ ਦੇ ਨਾਲ ਸਾਂਝਾ ਕਰ ਰਿਹਾ ਹਾਂ। ਔਰ ਅੱਜ ਜਿਹੜੀ ਆਪਾਂ ਟੌਪਿਕ ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਦੈਟ ਇਜ਼ ਕਾਲਡ ਰੈਜ਼ੋਲਿਊਸ਼ਨ ਆਫ ਵੈਕਟਰਸ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਰੈਜ਼ੋਲਿਊਸ਼ਨ ਆਫ ਵੈਕਟਰਸ ਕੀ ਹੁੰਦਾ ਹੈ। ਤਾਂ ਇਹਦੀ ਡੈਫੀਨੇਸ਼ਨ ਤੁਹਾਡੇ ਸਾਹਮਣੇ ਸਲਾਈਡ 'ਤੇ ਆ ਰਹੀ ਹੈ ਕਿ ਇਟ ਇਜ਼ ਦਾ ਪ੍ਰੋਸੈਸ ਆਫ ਸਪਲਿਟਿੰਗ ਆਫ ਵੈਕਟਰਸ ਇਨਟੂ 2 ਔਰ ਮੋਰ ਕੰਪੋਨੈਂਟਸ। ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਜਦੋਂ ਕਿਸੇ ਇੱਕ ਵੈਕਟਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ, ਜਾਂ ਮੈਂ ਇੱਦਾਂ ਕਹਿ ਲਾਂ ਦੋ ਜਾਂ ਦੋ ਤੋਂ ਜ਼ਿਆਦਾ। ਜੇ ਪਲੇਨ ਜਮੈਟਰੀ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ 2 ਡਾਇਮੈਂਸ਼ਨ 'ਚ ਵੰਡਾਂਗੇ। ਜੇ 3 ਡਾਇਮੈਂਸ਼ਨ 'ਚ ਗੱਲ ਕਰ ਰਹੇ ਹਾਂ ਤਾਂ ਆਪਾਂ ਐਕਸ ਵਾਈ ਔਰ ਜ਼ੈਡ 3 'ਚ ਵੀ ਵੰਡ ਸਕਦੇ ਹਾਂ। ਸੋ ਮੈਂ ਰਿਪੀਟ ਕਰ ਰਿਹਾ, ਇਟ ਇਜ਼ ਦਾ ਪ੍ਰੋਸੈਸ ਆਫ ਸਪਲਿਟਿੰਗ ਆਫ ਵੈਕਟਰਸ ਇਨਟੂ 2 ਔਰ ਮੋਰ ਕੰਪੋਨੈਂਟਸ। ਜੇ ਤੁਸੀਂ ਡਾਇਗਰਾਮ ਨੂੰ ਇੱਥੇ ਗੌਰ ਨਾਲ ਦੇਖੋ ਤਾਂ ਡਾਇਗਰਾਮ 'ਚ ਕਾਫੀ ਤੁਹਾਨੂੰ ਕਲੈਰਿਟੀ ਨਾਲ ਨਜ਼ਰ ਆਏਗਾ ਕਿ ਇਹ ਵੈਕਟਰ ਹੈ, ਇੱਕ ਸਮਾਲ ਏ ਦੇ ਨਾਲ ਡਿਨੋਟ ਕਰ ਰਹੇ ਹਾਂ ਜਿਹੜਾ ਕਿ ਡਾਇਗਨਲ ਜਾ ਰਿਹਾ ਹੈ ਇਸ ਦੇ ਵਿੱਚ। ਔਰ ਇਹਨੂੰ ਆਪਾਂ ਦੋ ਹਿੱਸਿਆਂ 'ਚ ਵੰਡਿਆ ਹੈ। ਅਲੋਂਗ ਦਾ ਥੀਟਾ ਕੰਪੋਨੈਂਟ ਆ ਰਿਹਾ ਹੈ AX ਇਜ਼ ਇਕੁਅਲ ਟੂ A cos ਥੀਟਾ। ਮੈਂ ਡਾਇਗਰਾਮ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹਾ। ਇੱਥੇ AY ਦੇ ਨਾਲ ਆ ਰਿਹਾ ਹੈ A ਸਾਈਨ ਥੀਟਾ। ਸੋ X ਨੂੰ ਆਪਾਂ ਰੀਪ੍ਰਜੈਂਟ ਕਰ ਰਹੇ ਹਾਂ X ਐਕਸਿਸ 'ਤੇ A cos ਥੀਟਾ ਨਾਲ, ਔਰ Y ਨੂੰ ਆਪਾਂ ਰੀਪ੍ਰਜੈਂਟ ਕਰ ਰਹੇ ਹਾਂ A ਸਾਈਨ ਥੀਟਾ ਨਾਲ। ਸੋ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਕੋਈ ਵੈਕਟਰ ਸੀਗਾ ਜਿਹਨੂੰ ਆਪਾਂ A ਨਾਲ ਡਿਨੋਟ ਕੀਤਾ ਸੀ, ਇਹਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਲਿਆ AX ਪਲੱਸ AY। ਸੋ AX ਔਰ AY ਦੀਆਂ ਕੀ ਵੈਲਿਊਜ਼ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ। ਸੋ ਇਸ ਪ੍ਰੋਸੈਸ ਦਾ ਨਾਮ ਹੈ ਰੈਜ਼ੋਲਿਊਸ਼ਨ ਆਫ ਵੈਕਟਰਸ। ਕਿਸੇ ਇੱਕ ਵੈਕਟਰ ਨੂੰ, ਜਿਸ ਤਰ੍ਹਾਂ ਇੱਥੇ A ਵੈਕਟਰ ਹੈ, ਇਹਨੂੰ ਕਿਸੇ ਦੋ ਹਿੱਸਿਆਂ ਵਿੱਚ ਵੰਡ ਦੇਣਾ, ਇਸ ਦਾ ਹੀ ਨਾਮ ਰੈਜ਼ੋਲਿਊਸ਼ਨ ਆਫ ਵੈਕਟਰਸ ਹੁੰਦਾ ਹੈ। ਇਹਦੇ 'ਚ ਜਿਹੜੀ ਚੀਜ਼ ਯਾਦ ਰੱਖਣ ਵਾਲੀ ਹੈ ਕਿ ਅਲੋਂਗ ਦਾ ਥੀਟਾ ਹਮੇਸ਼ਾ ਕਾਸ ਕੰਪੋਨੈਂਟ ਆਉਂਦਾ ਹੈ, ਵਰਟੀਕਲ ਕੰਪੋਨੈਂਟ ਆਪਾਂ A ਸਾਈਨ ਥੀਟਾ ਜਾਂ ਸਾਈਨ ਥੀਟਾ ਨਾਲ ਹੀ ਸ਼ੋਅ ਕਰਾਂਗੇ। ਸੋ ਉਮੀਦ ਹੈ ਇਹਦੀ ਡੈਫੀਨੇਸ਼ਨ ਤੁਹਾਨੂੰ ਕਲੀਅਰ ਹੋਏਗੀ। ਇਹਨੂੰ ਮੈਂ ਹੋਰ ਐਲੈਬੋਰੇਟ ਕਰੂੰਗਾ ਅਗਲੀ ਸਲਾਈਡ ਦੇ ਵਿੱਚ। ਹੁਣ ਇਸੇ ਰੈਜ਼ੋਲਿਊਸ਼ਨ ਆਫ ਵੈਕਟਰਸ ਦੀ ਇੱਕ ਬੜੀ ਮਸ਼ਹੂਰ, ਬੜੀ ਪੋਪੂਲਰ ਐਗਜ਼ਾਮਪਲ ਹੈ, ਪੇਪਰ 'ਚ ਵੀ ਪੁੱਛੀ ਜਾ ਸਕਦੀ ਹੈ। ਕੁਐਸਚਨ ਇਹ ਪੁੱਛਿਆ ਜਾਂਦਾ ਕਿ ਵਾਈ ਇਜ਼ ਇਟ ਈਜ਼ੀਅਰ ਟੂ ਪੁੱਲ ਅ ਲਾਨ ਰੋਲਰ ਦੈਨ ਟੂ ਪੁਸ਼ ਇਟ। ਕਿ ਜਿਹੜਾ ਰੋਲਰ ਹੁੰਦਾ ਹੈ, ਤੁਸੀਂ ਦੇਖਿਆ ਹੋਣਾ ਅਕਸਰ, ਉਹਨੂੰ ਪੁੱਲ ਕਰਨਾ, ਉਹਨੂੰ ਖਿੱਚਣਾ ਆਸਾਨ ਹੁੰਦਾ ਬਜਾਏ ਕਿ ਉਹਨੂੰ ਪੁਸ਼ ਕਰੀਏ, ਆਪਾਂ ਧੱਕੀਏ, ਉਹਨੂੰ ਅੱਗੇ ਧਕੇਲਣਾ ਮੁਸ਼ਕਿਲ ਰਹਿੰਦਾ। ਸੋ ਇਹਦੀ ਕੀ ਵਜ੍ਹਾ ਹੈ, ਇੱਦਾਂ ਕਿਉਂ ਹੁੰਦਾ ਹੈ? ਇਹਦਾ ਆਨਸਰ ਇਸੇ ਰੈਜ਼ੋਲਿਊਸ਼ਨ ਆਫ ਵੈਕਟਰਸ ਵਾਲੇ ਟੌਪਿਕ ਦੇ ਵਿੱਚ ਹੀ ਛੁਪਿਆ ਹੋਇਆ ਹੈ। ਮੈਂ ਤੁਹਾਡੇ ਸਾਹਮਣੇ ਦੋ ਡਾਇਗਰਾਮਾਂ ਪੇਸ਼ ਕਰ ਰਿਹਾ ਹਾਂ, ਇੱਕ ਪੁਸ਼ ਦੀ ਹੈ, ਇੱਕ ਪੁੱਲ ਦੀ ਹੈ। ਸਭ ਤੋਂ ਪਹਿਲਾਂ ਮੈਂ ਪੁਸ਼ ਵਾਲੀ ਡਾਇਗਰਾਮ ਨੂੰ ਜੇ ਮੈਂ ਦੇਖਾਂ ਤਾਂ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਕਿ ਪੁਸ਼ ਜਦੋਂ ਹੁੰਦਾ ਹੈ ਤਾਂ ਪੁਸ਼ ਕੀ ਹੈ? ਜਦੋਂ ਆਪਾਂ ਕਿਸੇ ਰੋਲਰ ਨੂੰ ਪੁਸ਼ ਕਰ ਰਹੇ ਹਾਂ, ਇਹਦਾ ਮਤਲਬ ਆਪਾਂ ਅੰਦਰ ਦੇ ਵੱਲ ਫੋਰਸ ਲੱਗ ਰਿਹਾ। ਫੋਰਸ ਜਦੋਂ ਅੰਦਰ ਨੂੰ ਲੱਗ ਰਿਹਾ ਹੈ, ਫੋਰਸ ਜਦੋਂ ਇੱਧਰ ਨੂੰ ਲੱਗ ਰਿਹਾ ਹੈ F, ਤਾਂ F ਦੇ ਦੋ ਟੁਕੜੇ ਹੋ ਜਾਣਗੇ। ਜਿਹੜਾ ਥੀਟਾ ਹੈ ਉੱਧਰ ਕਾਸ ਥੀਟਾ ਆ ਗਿਆ, ਜਿਹੜਾ ਦੂਜਾ ਹੈ ਉੱਧਰ ਸਾਈਨ ਥੀਟਾ ਆ ਗਿਆ। ਬਟ ਜਿਹੜਾ ਵੇਟ ਆਫ ਦਾ ਵੈਕਟਰ ਹੈ ਉਹ ਨੈਚੁਰਲੀ ਨੀਚੇ ਨੂੰ ਲੱਗਦਾ ਹੈ। ਆਪਾਂ ਨੂੰ ਪਤਾ ਹੈ ਕਿਸੇ ਵੀ ਚੀਜ਼ ਦਾ ਵੇਟ ਨੀਚੇ ਨੂੰ ਲੱਗੇਗਾ। ਬਟ ਜਦੋਂ ਆਪਾਂ ਪੁਸ਼ ਕਰਦੇ ਹਾਂ ਤਾਂ ਬਾਏ ਡਿਫਾਲਟ ਪੁਸ਼ ਦੇ ਕੇਸ 'ਚ ਜਿਹੜਾ ਟੋਟਲ ਵੇਟ ਆ ਜਾਂਦਾ ਹੈ ਕਿਸੇ ਵੀ ਚੀਜ਼ ਦਾ, ਉਹ W ਪਲੱਸ F ਸਾਈਨ ਥੀਟਾ ਆ ਜਾਂਦਾ ਹੈ। W ਤਾਂ ਹੋ ਗਿਆ ਰਾਜੇ ਜਿਹੜਾ ਵੇਟ ਆਫ ਦਾ ਰੋਲਰ, ਜਿਹੜਾ ਉਹਦਾ ਆਪਣਾ ਵਜ਼ਨ ਹੈ, ਇਹਦੇ ਨਾਲ ਇੱਕ ਕੰਪੋਨੈਂਟ ਐਡ ਹੋ ਗਿਆ F ਸਾਈਨ ਥੀਟਾ, ਜਿਹਦੀ ਵਜ੍ਹਾ ਨਾਲ ਜਿਹੜਾ ਟੋਟਲ ਵੇਟ ਹੈ ਉਹ ਆਪਾਂ ਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ। ਜੇ ਮੈਂ ਉਦਾਹਰਨ ਦੇ ਤੌਰ 'ਤੇ ਗੱਲ ਕਰਾਂ, ਜੇ ਕੋਈ ਸਪੋਜ਼ 50 ਕਿਲੋ ਦਾ ਰੋਲਰ ਹੈ, ਉਹਨੂੰ ਜਦੋਂ ਤੁਸੀਂ ਪੁਸ਼ ਕਰਦੇ ਹੋ ਤਾਂ ਉਹ 50 ਨਹੀਂ ਰਹੂਗਾ, ਉਹ ਕੁਛ ਨਾ ਕੁਛ 50 ਤੋਂ ਉਹਦੀ ਵੈਲਿਊ ਜ਼ਿਆਦਾ ਹੋ ਜਾਂਦੀ ਹੈ। ਉਹ ਹੋ ਸਕਦਾ 51 ਹੋ ਜਾਏ ਜਾਂ 52 ਹੋ ਜਾਏ, ਡਿਪੈਂਡਿੰਗ ਅਪੋਨ ਦਾ ਆਪਾਂ ਫੋਰਸ ਕਿੰਨਾ ਲਾ ਰਹੇ ਹਾਂ। ਸੋ ਆਪਾਂ ਉਹਦੇ 'ਚ ਨਹੀਂ ਜਾਂਦੇ। ਬਸ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਜਿਹੜਾ ਜਦੋਂ ਪੁਸ਼ ਕਰਦੇ ਹਾਂ ਆਪਾਂ ਰੋਲਰ ਨੂੰ, ਉਹਦਾ ਜਿਹੜਾ ਵੀ ਟੋਟਲ ਵੇਟ ਹੁੰਦਾ ਉਹਦੇ 'ਚ ਕੋਈ ਚੀਜ਼ ਐਡ ਹੋ ਰਹੀ ਹੈ। ਕਿਹੜੀ ਚੀਜ਼ ਐਡ ਹੋ ਰਹੀ ਹੈ? F ਸਾਈਨ ਥੀਟਾ ਵਾਲਾ ਕੰਪੋਨੈਂਟ।
ਤਾਂ ਕਰਕੇ ਉਹਦਾ ਜਿਹੜਾ ਟੋਟਲ weight ਹੈ ਉਹ ਤੁਹਾਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ, ਉਹਨੂੰ ਆਪਾਂ ਪੁਸ਼ ਕਰਨ ਲੱਗਿਆਂ ਆਪਾਂ ਨੂੰ ਔਖਿਆਈ ਹੁੰਦੀ ਹੈ। ਜਦ ਕਿ ਤੁਸੀਂ ਇਹੀ ਡਾਇਗਰਾਮ ਜੇ ਤੁਸੀਂ ਪੁੱਲ ਦੇ ਕੇਸ 'ਚ ਦੇਖੋ ਤਾਂ ਪੁੱਲ ਦਾ ਕੇਸ ਮਤਲਬ ਆਪਾਂ ਬਾਹਰ ਨੂੰ ਧੱਕ ਰਹੇ ਹਾਂ ਤਾਂ ਫੋਰਸ ਬਾਹਰ ਨੂੰ ਲੱਗ ਰਿਹਾ, ਤਾਂ ਆਪਾਂ ਇੱਥੇ ਦੋ ਹਿੱਸਿਆਂ 'ਚ ਉਹਨੂੰ ਵੰਡੀਏ ਤਾਂ ਆਪਣੇ ਕੋਲੇ ਦੋ ਹਿੱਸੇ ਅਗੇਨ ਬਣ ਗਏ ਉਹਦੇ, ਐਫ ਸਾਈਨ ਥੀਟਾ ਐਂਡ ਐਫ ਕਾਸ ਥੀਟਾ। ਵੇਟ ਅਗੇਨ ਥੱਲੇ ਨੂੰ ਲੱਗ ਰਿਹਾ ਹੈ। ਹੁਣ ਇਸ ਕੇਸ 'ਚ ਵੇਟ ਤੇ ਐਫ ਸਾਈਨ ਥੀਟਾ ਆਪਸ 'ਚ ਇੱਕ ਦੂਜੇ ਦੇ ਆਪੋਜ਼ਿਟ ਹੈ, ਜਦ ਕਿ ਤੁਸੀਂ ਇਸ ਕੇਸ 'ਚ ਦੇਖੋ ਇੱਥੇ ਦੋਨੇ ਜਣੇ ਆਪਸ 'ਚ ਇੱਕੋ ਲਾਈਨ 'ਤੇ ਆ ਰਹੇ ਨੇ। ਇਹਦਾ ਮਤਲਬ ਪੁਸ਼ 'ਚ ਇਹ ਦੋਨੋਂ ਚੀਜ਼ਾਂ ਐਡ ਹੁੰਦੀਆਂ ਨੇ ਔਰ ਪੁੱਲ 'ਚ ਇਹ ਦੋਨੋਂ ਚੀਜ਼ਾਂ ਆਪਸ 'ਚ ਸਬਟਰੈਕਟ ਹੁੰਦੀਆਂ ਨੇ। ਹੁਣ ਜੇ ਮੈਂ ਨੀਚੇ ਜਾਵਾਂ ਤਾਂ ਟੋਟਲ ਜਿਹੜਾ ਇੱਥੇ ਜੇ ਤੁਹਾਡੇ ਕੋਲ ਜਿਹੜਾ ਟੋਟਲ weight ਆ ਰਿਹਾ ਦੈਟ ਇਜ਼ W ਮਾਈਨਸ ਐਫ ਸਾਈਨ ਥੀਟਾ। ਇਸੇ ਕਾਰਨ ਜਿਹੜਾ ਹੈ ਉਹ ਤੁਹਾਨੂੰ ਪੁੱਲ ਕਰਨਾ ਆਸਾਨ ਹੁੰਦਾ ਹੈ। ਅਗੇਨ ਉਹੀ ਉਦਾਹਰਨ ਦਈਏ ਕਿ ਜੇ 50 ਕਿਲੋ ਦਾ ਆਪਣੇ ਕੋਲੇ ਲਾਨ ਰੋਲਰ ਹੈ ਤਾਂ ਹੁਣ ਉਹ 50 ਨਹੀਂ ਲੱਗੂਗਾ, ਹੋ ਸਕਦਾ ਉਹ ਤੁਹਾਨੂੰ 49 ਪੁਆਇੰਟ ਸਮਥਿੰਗ ਲੱਗੇ ਜਾਂ 48 ਪੁਆਇੰਟ ਸਮਥਿੰਗ ਲੱਗੇ, ਡਿਪੈਂਡਿੰਗ ਅਪੋਨ ਦਾ ਫੋਰਸ, ਤੁਸੀਂ ਜਿਹੜਾ ਵੀ ਫੋਰਸ ਉਹਦੇ 'ਤੇ ਇੰਪਲੀਮੈਂਟ ਜਾਂ ਅਪਲਾਈ ਕਰ ਰਹੇ ਹੋ। ਸੋ ਉਮੀਦ ਹੈ ਇਹ ਟੌਪਿਕ ਤੁਹਾਨੂੰ ਕਲੀਅਰ ਹੋਏਗਾ। ਮੈਂ ਦੁਬਾਰਾ ਦੱਸਦਾ ਚੱਲਾਂ, ਇਸ ਤੋਂ ਪਹਿਲਾਂ ਆਪਾਂ ਰੈਜ਼ੋਲੂਸ਼ਨ ਆਫ ਵੈਕਟਰ ਪੜ੍ਹਿਆ ਹੈ। ਰੈਜ਼ੋਲੂਸ਼ਨ ਆਫ ਵੈਕਟਰ ਦਾ ਮਤਲਬ ਇਹ ਹੁੰਦਾ ਸੀ ਕਿ ਆਪਾਂ ਕਿਸੇ ਇੱਕ ਵੈਕਟਰ ਨੂੰ ਦੋ ਹਿੱਸਿਆਂ ਵਿੱਚ ਕਿਸ ਤਰ੍ਹਾਂ ਵੰਡ ਸਕਦੇ ਹਾਂ ਜੇ ਉਹ ਵੈਕਟਰ ਕਿਸੇ ਇੱਕ ਥੀਟਾ ਐਂਗਲ 'ਤੇ ਇਨਕਲਾਈਨਡ ਹੈ। ਇਹਦੀ ਯਾਦ ਰੱਖਣ ਵਾਲੀ ਗੱਲ ਜੋ ਹੈ ਕਿ ਅਲੋਂਗ ਦਾ ਥੀਟਾ ਹਮੇਸ਼ਾ ਕਾਸ ਕੰਪੋਨੈਂਟ ਆਉਂਦਾ ਹੈ, ਦੂਸਰੀ ਤਰਫ ਹਮੇਸ਼ਾ ਏ ਸਾਈਨ ਥੀਟਾ ਜਾਂ ਵਰਟੀਕਲ ਕੰਪੋਨੈਂਟ ਸਾਈਨ ਥੀਟਾ ਦੇ ਨਾਲ ਸਮਝਾਵਾਂਗੇ। ਇਸ ਤੋਂ ਬਾਅਦ ਆਪਾਂ ਗੱਲ ਕੀਤੀ ਹੈ ਕਿ ਇਹਦੀ ਐਪਲੀਕੇਸ਼ਨ ਕੀ ਹੋ ਸਕਦੀ ਹੈ। ਐਪਲੀਕੇਸ਼ਨ ਇਹਦੀ ਲਾਨ ਰੋਲਰ ਦੇ ਨਾਲ ਸਮਝਾਈ ਜਾਂਦੀ ਹੈ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇਟ ਇਜ਼ ਈਜ਼ੀਅਰ ਟੂ ਪੁੱਲ ਅ ਲਾਨ ਰੋਲਰ ਦੈਨ ਟੂ ਪੁਸ਼ ਇਟ, ਬਿਕੋਜ਼ ਜਦੋਂ ਆਪਾਂ ਕਿਸੇ ਚੀਜ਼ ਨੂੰ ਪੁਸ਼ ਕਰਦੇ ਹਾਂ ਤਾਂ ਉਹਦੇ 'ਚ ਟੋਟਲ weight ਜਿਹੜਾ ਵੱਧ ਜਾਂਦਾ ਹੈ, ਔਰ ਜਦੋਂ ਆਪਾਂ ਪੁੱਲ ਕਰਦੇ ਹਾਂ ਰੋਲਰ ਨੂੰ ਤਾਂ ਉਹਦੇ 'ਚ ਟੋਟਲ weight 'ਚੋਂ ਕੋਈ ਕੰਪੋਨੈਂਟ ਮਾਈਨਸ ਹੋ ਜਾਂਦਾ ਹੈ, ਜਿਹਦੀ ਵਜ੍ਹਾ ਨਾਲ ਉਹਨੂੰ ਖਿੱਚਣਾ ਜਾਂ ਪੁੱਲ ਕਰਨਾ ਆਸਾਨ ਰਹਿੰਦਾ ਹੈ। ਸੋ ਇਹ ਸੀ ਆਪਣਾ ਰੈਜ਼ੋਲੂਸ਼ਨ ਆਫ ਵੈਕਟਰਸ ਵਾਲਾ ਟੌਪਿਕ। ਨੈਕਸਟ ਗੱਲ ਕਰਦੇ ਹਾਂ ਆਪਾਂ ਫੋਰਸ ਦੀ। ਸੋ ਇਸ ਚੈਪਟਰ 'ਚ ਆਪਾਂ ਫੋਰਸ ਵੀ ਪੜ੍ਹਨਾ ਹੈ। ਤਾਂ ਫੋਰਸ ਬਾਰੇ ਸਭ ਤੋਂ ਜਿਹੜਾ ਉਹਦੀ ਸਟੇਟਮੈਂਟ ਦਿੱਤੀ ਜਾਂਦੀ ਹੈ, ਇਟ ਇਜ਼ ਪੁਸ਼ ਔਰ ਪੁੱਲ ਵਿਚ ਕੈਨ ਚੇਂਜ ਦਾ ਸਟੇਟ ਆਫ ਆਬਜੈਕਟ। ਇਹਦਾ ਮਤਲਬ ਇਹ ਹੋਇਆ ਕਿ ਫੋਰਸ ਦਾ ਮਤਲਬ ਕਿਸੇ ਚੀਜ਼ ਨੂੰ ਪੁਸ਼ ਕਰਨਾ ਜਾਂ ਪੁੱਲ ਕਰਨਾ ਹੋ ਸਕਦਾ ਹੈ, ਜਿਹਦੀ ਵਜ੍ਹਾ ਨਾਲ ਉਸ ਆਬਜੈਕਟ ਦੀ ਸਟੇਟ ਚੇਂਜ ਹੋ ਜੇ। ਸਟੇਟ ਦਾ ਮਤਲਬ ਜੇ ਉਹ ਮੋਸ਼ਨ 'ਚ ਹੈ ਤਾਂ ਉਹ ਰੈਸਟ 'ਚ ਆ ਜੇ, ਜੇ ਉਹ ਰੈਸਟ 'ਚ ਹੈ ਤਾਂ ਉਹ ਮੋਸ਼ਨ 'ਚ ਆ ਜੇ। ਸੋ ਫੋਰਸ ਦਾ ਫਾਰਮੂਲਾ ਕੀ ਮੰਨਿਆ ਜਾਂਦਾ ਹੈ, F is equal to ma, where m is mass of the object and a is acceleration। SI ਯੂਨਿਟ ਇਹਦੇ ਨਿਊਟਨਸ ਨੇ ਔਰ CGS ਯੂਨਿਟ ਡਾਇਨਸ ਮੰਨੇ ਜਾਂਦੇ ਨੇ, ਔਰ ਡਾਇਮੈਂਸ਼ਨਲ ਫਾਰਮੂਲਾ ਮੰਨਿਆ ਜਾਂਦਾ m1 l1 t-2। ਸੋ ਦਿਸ ਇਜ਼ ਬੇਸਿਕਲੀ ਦਾ ਡੈਫੀਨੇਸ਼ਨ ਆਫ ਫੋਰਸ। ਇਸ ਤੋਂ ਬਾਅਦ ਗੱਲ ਕਰਦੇ ਹਾਂ ਮੋਮੈਂਟਮ ਦੀ। ਮੋਮੈਂਟਮ ਬੇਸਿਕਲੀ ਕੁਛ ਨਹੀਂ ਹੈ, ਇਟ ਇਜ਼ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ। ਜੇ ਇਹਦੀ ਡੈਫੀਨੇਸ਼ਨ ਦੀ ਗੱਲ ਕਰਾਂ, ਇਟ ਰੈਫਰਸ ਦਾ ਕੁਆਂਟਿਟੀ ਆਫ ਮੋਸ਼ਨ ਦੈਟ ਆਬਜੈਕਟ ਹੈਜ਼। ਕਿਸੇ ਆਬਜੈਕਟ ਦੇ ਅੰਦਰ ਕਿੰਨੀ ਕੁ ਗਤੀ ਹੈ, ਇਹਦਾ ਇੱਕ ਪੈਰਾਮੀਟਰ ਆਪਾਂ ਰੱਖਿਆ ਹੈ ਜਿਹਦੇ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਮੋਮੈਂਟਮ। ਇਹਨੂੰ ਆਪਾਂ P ਦੇ ਨਾਲ ਡਿਨੋਟ ਕਰਦੇ ਹਾਂ। P ਇਜ਼ ਇਕੁਅਲ ਟੂ mv, ਵੇਅਰ P ਇਜ਼ ਮੋਮੈਂਟਮ ਐਂਡ m ਇਜ਼ ਮਾਸ ਆਫ ਦਾ ਆਬਜੈਕਟ ਐਂਡ v ਇਜ਼ ਵੈਲੋਸਿਟੀ ਆਫ ਦਾ ਆਬਜੈਕਟ। ਜੇਕਰ ਗੱਲ ਕਰੀਏ ਇਹਦੇ ਡਾਇਮੈਂਸ਼ਨਲ ਫਾਰਮੂਲੇ ਦੀ ਤਾਂ ਇਟ ਬਿਕਮਸ m1 l1 t-1। ਇਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇਹਦੇ 'ਤੇ ਬਹੁਤ ਵਾਰ ਪੇਪਰ 'ਚ ਕੁਐਸਚਨ ਵੀ ਆਇਆ ਹੈ। ਇਹਦੀ ਡੈਫੀਨੇਸ਼ਨ ਵੀ ਆ ਸਕਦੀ ਹੈ, ਇਹਦੀ ਡੈਰੀਵੇਸ਼ਨ ਵੀ ਆ ਸਕਦੀ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਇਹਦੀ ਡੈਫੀਨੇਸ਼ਨ ਦੀ, ਤਾਂ ਇਹਦੀ ਡੈਫੀਨੇਸ਼ਨ ਕੀ ਕਹਿੰਦੀ ਹੈ ਕਿ if no external force acts on the system then the linear momentum of the system remains conserved। ਜੇਕਰ ਕਿਸੇ ਸਿਸਟਮ ਉੱਤੇ ਕਿਸੇ ਵੀ ਕਿਸਮ ਦਾ ਕੋਈ ਫੋਰਸ ਨਹੀਂ ਲਗਾਇਆ ਜਾਂਦਾ ਹੈ ਤਾਂ ਉਸ ਸਿਸਟਮ ਦਾ ਜਿਹੜਾ ਲੀਨੀਅਰ ਮੋਮੈਂਟਮ ਹੈ ਉਹ ਹਮੇਸ਼ਾ ਕੰਜ਼ਰਵ ਰਹੇਗਾ। ਇਹਨੂੰ ਹੁਣ ਮੈਂ ਆਸਾਨ ਭਾਸ਼ਾ 'ਚ ਸਮਝਾਵਾਂ ਤਾਂ ਆਪਾਂ ਬੋਲਸ ਦੀ ਐਗਜ਼ਾਮਪਲ ਨਾਲ ਸਮਝਾ ਸਕਦੇ ਹਾਂ। ਸਪੋਜ਼ ਕਰੋ ਕਿ ਤੁਹਾਡੇ ਕੋਲੇ ਦੋ ਬੋਲਸ ਨੇ, ਇੱਕ ਦਾ ਮਾਸ m1 ਦੂਜੇ ਦਾ ਮਾਸ m2 ਹੈ। ਉਹਨਾਂ ਦੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਮੰਨੀ ਜਾਂਦੀ ਹੈ u1 ਐਂਡ u2 ਮੰਨੀ ਜਾਂਦੀ ਹੈ। ਹੁਣ ਜਦੋਂ ਉਹ ਕੋਲਾਈਡ ਨਹੀਂ ਕੀਤੀ, ਆਪਸ 'ਚ ਟਕਰਾਏ ਨਹੀਂ, ਤਾਂ ਉਹਨਾਂ ਦਾ ਜਿਹੜਾ ਟੋਟਲ ਮੋਮੈਂਟਮ ਹੋਏਗਾ ਫਰੋਮ ਦਾ ਡੈਫੀਨੇਸ਼ਨ ਆਫ ਮੋਮੈਂਟਮ ਇਟ ਬਿਕਮਸ m1 u1 ਪਲੱਸ m2 u2। ਜਦ ਕਿ ਜਦੋਂ ਉਹ ਟਕਰਾ ਜਾਣਗੇ ਆਫਟਰ ਕੋਲੀਜਨ, ਉਹਨਾਂ ਦੀਆਂ ਡੈਫੀਨੇਟਲੀ ਵੈਲੋਸਿਟੀਜ਼ ਚੇਂਜ ਹੋ ਜਾਣਗੀਆਂ, ਤਾਂ ਉਹ ਹੁਣ ਬਣ ਜੂਗਾ m1 v1 ਪਲੱਸ m2 v2। ਹੁਣ ਅਕੋਰਡਿੰਗ ਟੂ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਇਸ ਪ੍ਰਿੰਸੀਪਲ ਦੇ ਅਕੋਰਡਿੰਗ ਜੇਕਰ ਇਹ ਪ੍ਰਿੰਸੀਪਲ ਲਾਗੂ ਹੁੰਦਾ ਹੈ ਤਾਂ ਆਪਣੇ ਕੋਲ ਜਿਹੜੀ ਇਕੁਏਸ਼ਨ ਆਏਗੀ ਇਟ ਬਿਕਮਸ m1 u1 ਪਲੱਸ m2 u2 ਇਜ਼ ਇਕੁਅਲ ਟੂ m1 v1 ਪਲੱਸ m2 v2 m1 v2। ਦੁਬਾਰਾ ਦੱਸ ਰਿਹਾ,
m1u1 plus m2v2 is equal to m1v1 plus m1v2 plus m2v2, इतने गलती है, इट शुड बी m2v2। मैं लिख देना m1u1 plus m2u2 is equal to m1v1 plus m2v2, ये आएगा। सो m2v2 आएगा जी। सो ਇਹਦੀ ਇਹ ਡੈਰੀਵੇਸ਼ਨ ਹੈ। ਡੈਰੀਵੇਸ਼ਨ ਵੀ ਥੋੜੀ ਜਿਹੀ ਮੈਂ ਸਮਝਾ ਦਿਆਂ ਕਿ ਸਭ ਤੋਂ ਪਹਿਲਾਂ ਆਪਾਂ ਬਾਲਸ ਲੈ ਲਈਆਂ। ਲੈਟ देयर बी टू balls A and B having masses m1 and m2 having velocities u1 and u2। ਸੋ ਜਿਹੜਾ ਇਹਨਾਂ ਤੇ ਅਕੋਰਡਿੰਗ ਟੂ ਨਿਊਟਨਸ ਲਾ ਫੋਰਸ ਲੱਗਣਾ ਹੈ that is FAB। A ਦਾ ਫੋਰਸ B ਤੇ, ਫੋਰਸ ਅਪਲਾਈਡ ਬਾਈ ਬਾਡੀ A on B FAB ਨਾਲ ਡਿਨੋਟ ਕਰਿਆ। FBA ਇਜ਼ ਫੋਰਸ ਅਪਲਾਈਡ ਬਾਈ ਬਾਡੀ B on A ਦੇ ਨਾਲ ਡਿਨੋਟ ਕੀਤਾ ਹੈ। ਜਦੋਂ ਦਾ ਇਹ ਕੋਲਾਈਡ ਨਹੀਂ ਕੀਤੀਆਂ ਤਾਂ ਆਪਾਂ ਵੈਲੋਸਿਟੀਜ਼ ਲੈ ਰਹੇ ਹਾਂ u1 u2। ਜਦੋਂ ਇਹ ਕੋਲਾਈਡ ਕਰਨਗੀਆਂ ਆਪਾਂ ਵੈਲੋਸਿਟੀਜ਼ ਲਾਂਗੇ v1 ਐਂਡ v2। ਸੋ FAB ਮਤਲਬ ਫੋਰਸ ਜਿਹੜਾ A B ਤੇ ਲਾਏਗੀ ਉਹ ਬਣ ਜਾਏਗੀ ਡੈਲਟਾ P ਬਾਈ ਡੈਲਟਾ T, ਬਿਕੋਜ਼ ਅਕੋਰਡਿੰਗ ਟੂ ਨਿਊਟਨ ਸੈਕਿੰਡ ਫਾਰਮੂਲਾ ਫੋਰਸ ਇਜ਼ ਇਕੁਅਲ ਟੂ ਰੇਟ ਆਫ ਚੇਂਜ ਆਫ ਮੋਮੈਂਟਮ ਹੁੰਦਾ ਹੈ। ਤਾਂ ਇਹਦਾ ਫਾਰਮੂਲਾ ਜਿਹੜਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ m1 v1 ਮਾਈਨਸ u1 ਬਾਈ ਡੈਲਟਾ T। ਸਿਮਿਲਰਲੀ ਇਸੇ ਤਰ੍ਹਾਂ ਹੀ ਆਪਾਂ FBA ਵੀ ਲਿਖ ਸਕਦੇ ਹਾਂ, ਦੈਟ ਬਿਕਮਸ m2 v2 ਮਾਈਨਸ u2 ਬਾਈ ਡੈਲਟਾ T। ਹੁਣ ਨਿਊਟਨਸ ਥਰਡ ਲਾ ਕਹਿੰਦਾ ਹੈ ਕਿ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ। ਜਦੋਂ ਤੁਸੀਂ ਇਹਨਾਂ ਦੋਨਾਂ ਫੋਰਸਿਸ ਨੂੰ ਆਪਸ 'ਚ ਇਕੁਅਲ ਰੱਖੋਗੇ ਤਾਂ ਡੈਲਟਾ T ਤਾਂ ਦੋਨਾਂ 'ਚ ਸੇਮ ਹੈ, ਕੱਟਿਆ ਜਾਊਗਾ ਔਰ ਥੋੜੀ ਜਿਹੀ ਐਡਜਸਟਮੈਂਟ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਇਕੁਏਸ਼ਨ ਆਏਗੀ ਦੈਟ ਵਿਲ ਬੀ ਸੇਮ ਜਿਹੜੀ ਆਪਾਂ ਲਾਸਟ ਸਲਾਈਡ 'ਚ ਡਿਸਕਸ ਕੀਤੀ ਸੀ, ਦੈਟ ਇਜ਼ m1 v1 plus m2 v2 momentum, final momentum is equal to m1 u1 plus m2 u2, that is initial momentum। so final momentum becomes equal to initial momentum, यही इसका सार है। so this was conservation of linear momentum। ਇਹਦੀ ਇੱਕ ਇੰਪੋਰਟੈਂਟ ਐਪਲੀਕੇਸ਼ਨ ਵੀ ਕਹਿ ਲਈਏ ਤਾਂ ਦੈਟ ਬਿਕਮਸ ਰੀਕੋਇਲ ਆਫ ਗਨ। ਗਨ ਦੀ ਰੀਕੋਇਲ ਕਿਵੇਂ ਸਮਝਾਵਾਂਗੇ? ਆਪਣੇ ਕੋਲੇ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਆਪਾਂ ਗਨ ਨੂੰ ਚਲਾਉਂਦੇ ਹਾਂ ਤਾਂ ਉਹਦਾ ਝਟਕਾ ਹੈ ਜਿਹੜਾ ਉਹ ਪਿੱਛੇ ਨੂੰ ਲੱਗਦਾ ਹੈ ਔਰ ਬੁਲਟ ਜਿਹੜੀ ਫਾਇਰ ਹੁੰਦੀ ਹੈ ਉਹ ਅੱਗੇ ਦੀ ਤਰਫ ਹੁੰਦੀ ਹੈ। ਸੋ ਇਹਦੇ 'ਚ ਜਿਹੜੀ ਖਾਸ ਚੀਜ਼ ਸਮਝਣ ਵਾਲੀ ਹੈ, ਇਹਦੇ 'ਤੇ ਫਾਰਮੂਲਾ ਆਪਾਂ ਇਹੀ ਲਾਵਾਂਗੇ ਜਿਹੜਾ ਲੀਨੀਅਰ ਕੰਜ਼ਰਵੇਸ਼ਨ ਆਫ ਮੋਮੈਂਟਮ ਦਾ ਫਾਰਮੂਲਾ ਹੈ m1 u1 plus m2 u2 is equal to m1 v1 plus m2 v2। ਇੱਥੇ ਸਮਾਲ m ਮੈਂ ਲੈ ਲੈਣਾ ਮਾਸ ਆਫ ਬੁਲਟ ਔਰ ਕੈਪੀਟਲ M ਮੈਂ ਲਿਆ ਹੈ ਮਾਸ ਆਫ ਗਨ। ਸੋ ਇਨੀਸ਼ੀਅਲ ਮੋਮੈਂਟਮ ਤਾਂ ਇਹਦੇ 'ਚ ਜ਼ੀਰੋ ਸੀ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਮੋਮੈਂਟਮ ਹੈ ਹੀ ਨਹੀਂ ਸੀ ਕੋਈ, ਜਦੋਂ ਆਪਾਂ ਗੋਲੀ ਨਹੀਂ ਚਲਾਈ ਔਰ ਜਦੋਂ ਆਪਾਂ ਫਾਇਰ ਕੀਤਾ ਉਸ ਤੋਂ ਬਾਅਦ ਜਿਹੜਾ ਮੋਮੈਂਟਮ ਦੀ ਵੈਲਿਊ ਹੈ ਉਹ ਤੁਹਾਡੇ ਸਾਹਮਣੇ ਹੈ। ਔਰ v2 ਹੈ ਜਿਹੜਾ ਆਪਾਂ ਉਹਦੀ ਵੈਲਿਊ ਕੱਢੀ -m ਡਿਵਾਈਡਡ ਬਾਈ m ਇੰਟੂ v1। ਇਹਦਾ ਮਤਲਬ ਹੈ ਜਿਹੜਾ ਝਟਕਾ ਲੱਗੇਗਾ ਗਨ ਦਾ ਉਹ ਕਿਸ ਵੈਲੋਸਿਟੀ ਨਾਲ ਲੱਗੇਗਾ, ਉਹ v2 ਵੈਲੋਸਿਟੀ ਨਾਲ ਲੱਗੇਗਾ, ਜਿਹਦਾ ਫਾਰਮੂਲਾ ਤੁਹਾਡੇ ਸਾਹਮਣੇ ਹੈ। ਸੋ ਰੀਕੋਇਲ ਆਫ ਗਨ ਇਜ਼ ਐਨ ਇੰਪੋਰਟੈਂਟ ਐਪਲੀਕੇਸ਼ਨ ਆਫ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਇੰਪਲਸ ਮੋਮੈਂਟਮ ਥਿਊਰਮ ਦੀ। ਇੰਪਲਸ ਮੋਮੈਂਟਮ ਥਿਊਰਮ ਕੀ ਕਹਿੰਦੀ ਹੈ ਜੀ? ਦੈਟ f ਡਾਟ ਡੈਲਟਾ t ਇਜ਼ ਇਕੁਅਲ ਟੂ ਡੈਲਟਾ p। ਸਿੱਧਾ ਜਿਹਾ ਹਿਸਾਬ ਹੈ ਜੀ, f is force, delta t is time, delta p is change in momentum, that is mvf final velocity minus mvi initial velocity। ਸੋ ਇੰਪਲਸ ਨੂੰ ਆਪਾਂ ਜੇਕਰ ਚੇਂਜ ਇਨ ਮੋਮੈਂਟਮ ਵੀ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ। ਸੋ ਇੰਪਲਸ ਇੱਕ ਤਰ੍ਹਾਂ ਦੀ ਵੈਕਟਰ ਕੁਆਂਟਿਟੀ ਹੈ ਔਰ ਇਹਦਾ ਜਿਹੜੀ ਡਾਇਰੈਕਸ਼ਨ ਹੋਏਗੀ ਇਟ ਇਜ਼ ਸੇਮ ਐਜ਼ ਦੈਟ ਆਫ ਫੋਰਸ। ਸੋ ਇਹ ਤਾਂ ਗੱਲ ਕੀਤੀ ਆਪਾਂ ਇਹਦੀ ਡੈਫੀਨੇਸ਼ਨ ਦੀ। ਜੇ ਮੈਂ ਗੱਲ ਕਰਾਂ ਇਹਦੀਆਂ ਐਪਲੀਕੇਸ਼ਨਸ ਦੀ ਤਾਂ ਬਹੁਤ ਸਾਰੀਆਂ ਐਪਲੀਕੇਸ਼ਨਸ ਆ ਜਿਹੜੀ ਰੋਜ਼ਮर्रा ਦੀ ਜ਼ਿੰਦਗੀ 'ਚ ਆਪਾਂ ਦੇਖਦੇ ਹਾਂ। ਅ ਕ੍ਰਿਕਟ ਪਲੇਅਰ ਲੋਅਰਸ ਹਿਜ਼ ਹੈਂਡ ਵਾਈਲ ਕੈਚਿੰਗ ਅ ਬਾਲ। ਤੁਸੀਂ ਦੇਖਿਆ ਹੋਏਗਾ ਜਦੋਂ ਵੀ ਕ੍ਰਿਕਟ ਮੈਚ 'ਚ ਕੋਈ ਬੰਦਾ ਕੈਚ ਕਰਦਾ ਹੈ, ਫੀਲਡਰ ਕੈਚ ਕਰਦਾ ਹੈ ਤਾਂ ਆਪਣੇ ਹੱਥ ਪਿਛਾਂਹ ਨੂੰ ਕਰ ਲੈਂਦਾ ਹੈ। ਉਹਦੀ ਵਜ੍ਹਾ ਕੀ ਹੁੰਦੀ ਹੈ ਕਿ ਉਹ ਆਪਣਾ ਟਾਈਮ ਜਿਹੜਾ ਹੈ ਉਹ ਵਧਾ ਰਿਹਾ ਹੈ। ਜੇਕਰ ਟਾਈਮ ਵਧੇਗਾ ਤਾਂ ਫੋਰਸ ਦੀ ਮਾਤਰਾ ਘੱਟ ਲੱਗੇਗੀ ਔਰ ਉਹਦੇ ਹੱਥਾਂ 'ਤੇ ਘੱਟ ਫੋਰਸ, ਘੱਟ ਦਬਾਅ ਬਾਲ ਲਗਾਏਗੀ, ਜਿਹਦੀ ਵਜ੍ਹਾ ਨਾਲ ਚੋਟ ਲੱਗਣ ਦੇ ਚਾਂਸਿਸ ਘੱਟ ਹੋਣਗੇ ਔਰ ਕੈਚ ਪਕੜਨ ਦੇ ਚਾਂਸਿਸ ਜ਼ਿਆਦਾ ਹੋਣਗੇ। ਦੂਜੀ ਐਗਜ਼ਾਮਪਲ ਹੈ ਜਾਂ ਦੂਜੀ ਐਪਲੀਕੇਸ਼ਨ ਹੈ ਵੈਨ ਅ ਪਰਸਨ ਫਾਲਸ ਫਰੋਮ ਅ ਸਰਟਨ ਹਾਈਟ ਔਨ ਅ ਸੀਮੈਂਟਡ ਫਲੋਰ। ਜਦੋਂ ਕੋਈ ਬੰਦਾ ਸੀਮੈਂਟਡ ਫਲੋਰ 'ਤੇ ਡਿੱਗਦਾ ਹੈ ਔਰ ਇੱਕ ਪਾਸੇ ਸੈਂਡ ਦਾ ਫਲੋਰ ਹੈ, ਮਿੱਟੀ ਦਾ ਫਲੋਰ ਹੈ,
ਤਾਂ ज़्यादा ਚਾਂਸਸ ਨੇ ਚੋਟ ਲੱਗਣ ਦੇ ਕਿ ਉਹ ਜਦੋਂ ਸੀਮੈਂਟਡ ਫਲੋਰ ਤੇ ਡਿੱਗੇਗਾ ਉਹਦੇ ਤੇ ਜ਼ਿਆਦਾ ਉਹਨੂੰ ਚੋਟ ਲੱਗੇਗੀ ਬਜਾਏ ਕਿ ਮਿੱਟੀ ਦੇ ਫਲੋਰ ਤੇ। ਉਹਦੀ ਵਜ੍ਹਾ ਕੀ ਹੈ? ਸੇਮ ਕਿ ਜਦੋਂ ਕਿਸੇ ਸੀਮੈਂਟਡ ਫਲੋਰ ਤੇ ਡਿੱਗਦਾ ਹੈ ਟੀ ਜਿਹੜਾ ਹੈ ਉਹ ਬਹੁਤ ਘੱਟ ਹੁੰਦਾ ਹੈ। ਟੀ ਘੱਟ ਹੋਣ ਨਾਲ ਫੋਰਸ ਦੀ ਵੈਲਿਊ ਬਹੁਤ ਜ਼ਿਆਦਾ ਹੋ ਜਾਂਦੀ ਹੈ, ਟਾਈਮ ਆਫ ਕੋਲੀਜਨ ਜਿਹਨੂੰ ਆਪਾਂ ਕਹਿੰਦੇ ਹਾਂ। ਉਲਟਾ ਮਿੱਟੀ ਕੰਪਰੈਸਿਬਲ ਹੁੰਦੀ ਹੈ, ਥੋੜ੍ਹੀ ਜਿਹੀ ਦਬ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਟਾਈਮ ਆਫ ਕੋਲੀਜਨ ਜ਼ਿਆਦਾ ਹੋ ਜਾਂਦਾ ਹੈ ਔਰ ਫੋਰਸ ਘੱਟ ਜਾਂਦਾ ਹੈ। ਇਹੀ ਸਾਰੀਆਂ ਐਗਜ਼ਾਮਪਲਸ, ਫੋਰ ਐਗਜ਼ਾਮਪਲ ਸ਼ੌਕਰ ਜਿਹੜੇ ਲੱਗਦੇ ਨੇ ਆਪਣੇ ਵਹੀਕਲਸ 'ਚ, ਉਹ ਵੀ ਇਸੇ ਪ੍ਰੋਸੈਸ 'ਤੇ ਕੰਮ ਕਰਦੇ ਨੇ। ਐਂਡ ਚਾਈਨਾ ਵੇਅਰ ਜਿਹੜਾ ਹੈ ਔਰ ਗਲਾਸਵੇਅਰਸ ਹੈ ਉਹਨਾਂ ਨੂੰ ਵੀ ਸਟਰੋਅ 'ਚ ਆਪਾਂ ਇਸੇ ਲਈ ਵਲੇਟਦੇ ਹਾਂ ਕਿ ਜਿਹੜਾ ਸ਼ੌਕ ਹੈ ਜਾਂ ਇੰਪੈਕਟ ਹੈ ਉਹ ਘੱਟ ਤੋਂ ਘੱਟ ਆਏ। ਸੋ ਇਹ ਕੁਛ ਇੱਕ ਐਗਜ਼ਾਮਪਲਸ ਨੇ ਜਿਹਦੀਆਂ ਕਿ ਆਪਾਂ ਗੱਲ ਕੀਤੀਆਂ ਨੇ, ਜਿਹੜੀ ਕੀ ਹੈ ਐਪਲੀਕੇਸ਼ਨ ਆਫ ਇੰਪਲਸ ਦੇ ਬਾਰੇ 'ਚ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰਕੂਲਰ ਮੋਸ਼ਨ ਦੀ। ਸਰਕੂਲਰ ਮੋਸ਼ਨ, ਹੁਣ ਤੱਕ ਆਪਾਂ ਜਿਹੜੀਆਂ ਵੀ ਚੀਜ਼ਾਂ ਡਿਸਕਸ ਕੀਤੀਆਂ ਮੇਨਲੀ ਦੇ ਵਰ ਫੋਕਸਡ ਔਨ ਲੀਨੀਅਰ ਮੋਸ਼ਨ। ਲੀਨੀਅਰ ਮੋਸ਼ਨ ਦਾ ਮਤਲਬ ਹੁੰਦਾ ਹੈ ਸਟ੍ਰੇਟ ਲਾਈਨ ਮੋਸ਼ਨ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਰਕੂਲਰ ਮੋਸ਼ਨ। ਪਹਿਲੀ ਗੱਲ ਤਾਂ ਸਰਕੂਲਰ ਮੋਸ਼ਨ ਤੋਂ ਕੀ ਭਾਵ ਹੈ? ਸਰਕੂਲਰ ਮੋਸ਼ਨ ਤੋਂ ਇਹ ਭਾਵ ਹੈ ਇਟ ਇਜ਼ ਦ ਮੂਵਮੈਂਟ ਆਫ ਆਬਜੈਕਟ ਅਲੋਂਗ ਸਰਕਮਫਰੈਂਸ ਆਫ ਅ ਸਰਕਲ ਜਾਂ ਰੋਟੇਸ਼ਨ ਆਫ ਐਨ ਆਬਜੈਕਟ ਅਲੋਂਗ ਅ ਸਰਕੂਲਰ ਪਾਥ। ਜਦੋਂ ਵੀ ਕੋਈ ਚੀਜ਼ ਸਰਕੂਲਰ ਪਾਥ ਦੇ ਇਰਦ ਗਿਰਦ ਰੋਟੇਟ ਕਰੇਗੀ ਤਾਂ ਉਹਦਾ ਜਿਹੜਾ ਮੋਸ਼ਨ ਮੰਨਿਆ ਜਾਏਗਾ ਜਾਂ ਉਹਦਾ ਜਿਹੜਾ ਉਹਦੀ ਮੋਸ਼ਨ ਨੂੰ ਆਪਾਂ ਸਰਕੂਲਰ ਮੋਸ਼ਨ ਕਹਾਂਗੇ। ਇਹਨੂੰ ਇਸ ਤਰ੍ਹਾਂ ਵੀ ਰਿਪਰੈਜ਼ੈਂਟ ਕਰਦੇ ਹਾਂ ਕਿ ਜਦੋਂ ਕਿ ਕੋਈ ਚੀਜ਼ ਕਿਸੇ ਸਰਕਲ ਦੇ ਸਰਕਮਫਰੈਂਸ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਉਹਨੂੰ ਆਪਾਂ ਸਰਕੂਲਰ ਮੋਸ਼ਨ ਦੇ ਨਾਮ ਨਾਲ ਜਾਣਦੇ ਹਾਂ। ਤੁਸੀਂ ਇਸ ਡਾਇਗਰਾਮ 'ਚ ਦੇਖ ਰਹੇ ਹੋ ਕਿ ਉਹ ਸੈਂਟਰ ਹੈ ਜਿਹਦੇ ਇਰਦ ਗਿਰਦ ਇੱਕ ਸਰਕਲ ਬਣਾਇਆ ਗਿਆ ਹੈ, ਆਰ ਇਹਦਾ ਰੇਡੀਅਸ ਹੈ ਔਰ ਇਹਦੇ ਅਲੋਂਗ ਆਪਾਂ ਵੈਲੋਸਿਟੀਜ਼ ਸ਼ੋਅ ਕੀਤੀਆਂ। ਸੋ ਇਸ ਤਰ੍ਹਾਂ ਦਾ ਜਿਹੜਾ ਮੋਸ਼ਨ ਹੁੰਦਾ ਹੈ ਦੈਟ ਇਜ਼ ਕੰਸੀਡਰਡ ਟੂ ਬੀ ਸਰਕੂਲਰ ਮੋਸ਼ਨ। ਅਗਲੀ ਗੱਲ ਇਹਦੇ 'ਚ ਕਰਾਂਗੇ ਐਂਗੂਲਰ ਡਿਸਪਲੇਸਮੈਂਟ ਦੀ। ਜਿਸ ਤਰ੍ਹਾਂ ਲੀਨੀਅਰ ਮੋਸ਼ਨ 'ਚ ਡਿਸਪਲੇਸਮੈਂਟ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਸਰਕੂਲਰ ਮੋਸ਼ਨ 'ਚ ਐਂਗੂਲਰ ਡਿਸਪਲੇਸਮੈਂਟ ਮੰਨਿਆ ਜਾਂਦਾ ਹੈ। ਸਪੋਜ਼ ਮੈਂ ਇਸੇ ਸਰਕਲ ਤੋਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਣਾ ਚਾਹਾਂ ਕਿ ਸਪੋਜ਼ ਇਸ ਪੁਆਇੰਟ ਨੂੰ ਆਪਾਂ A ਪੁਆਇੰਟ ਮੰਨ ਲਈਏ ਔਰ ਇਸ ਪੁਆਇੰਟ ਨੂੰ ਆਪਾਂ B ਪੁਆਇੰਟ ਮੰਨ ਲਈਏ। ਸੋ ਸਰਕੂਲਰ ਮੋਸ਼ਨ 'ਚ ਕੋਈ ਚੀਜ਼ A ਤੋਂ B ਤੱਕ ਜਾਂਦੀ ਹੈ ਤਾਂ ਉਹਦਾ ਐਂਗਲ ਜਿਹੜਾ ਬਣਦਾ ਹੈ ਦੈਟ ਇਜ਼ ਥੀਟਾ। ਸੋ ਜਿਹੜਾ ਇਹ ਥੀਟਾ ਹੋਏਗਾ ਦਿਸ ਇਜ਼ ਕਾਲਡ ਐਂਗੂਲਰ ਡਿਸਪਲੇਸਮੈਂਟ। ਸੋ ਇੱਥੇ ਵੀ ਉਹੀ ਗੱਲ ਸਮਝਾਈ ਹੈ ਕਿ ਆਪਾਂ the angular displacement is defined as the angle of the object rotate through during some time interval। कि कोई चीज़ इत्थों चली और डेल्टा एफ उन्हें तय किया, फिर डेल्टा आई तो चली डेल्टा एफ तय किया, तो जिहड़ा दोनों का डिफरेंस है थीटा एफ माइनस थीटा आई दैट इज इक्वल टू डेल्टा थीटा एंड दिस इज कॉल्ड एंगुलर डिसप्लेसमेंट। इस तरह जिद्दां सिंपल लीनियर मोशन च वेलोसिटी हुंदी है, इस तरह इस दे विच एंगुलर वेलोसिटी हुंदी है। एंगुलर वेलोसिटी तो भाव है डेल्टा थीटा डी थीटा बाय डी टी दैट इज एंगुलर डिसप्लेसमेंट बाय टाइम। एंगुलर वेलोसिटी इज डिफाइंड एज द रेट ऑफ चेंज ऑफ एंगुलर पोजीशन विद रिस्पैक्ट टू टाइम। इनू आपां ओमेगा दे नाल डिनोट करते हाँ। सो दिस इज ओमेगा इज इक्वल टू डी थीटा बाय डी टी। ओमेगा इज कॉल्ड एंगुलर वेलोसिटी। सिमिलरली जे भाषा आप डेफिनेशन करिए एंगुलर एक्सेलरेशन की तो इट इज़ रेट ऑफ चेंज ऑफ एंगुलर वेलोसिटी। इनू आप रिप्रजेंट करांगे अल्फा दे नाल। सो हेयर इट इज़ अल्फा, अल्फा इज इक्वल टू डी ओमेगा बाय डी टी दैट इज़ कॉल्ड एंगुलर एक्सेलरेशन। ये कुछ एक डेफिनेशनस ने जिन्हों का संबंध सारे सर्कुलर मोशन के नाल है। फ्रीकुएंसी की गल करिए तो इट मैजर हाउ मैनी टाइम्स एन ऑब्जैक्ट कंप्लीट्स द मोशन अराउंड अ सर्कल इन 1 सेकेंड। 1 सेकेंड के अंदर अंदर कोई ऑब्जैक्ट किसी सर्कल के अराउंड किन्नी वारी चक्कर लगा सकता है, ਉਹਦਾ ਜੇ ਆਪਾਂ ਹਿਸਾਬ ਕਿਤਾਬ ਲਾਉਣਾ ਹੋਵੇ ਤਾਂ ਉਹਦੇ ਲਈ ਆਪਣੇ ਕੋਲੇ ਪੈਰਾਮੀਟਰ ਜਿਹੜਾ ਹੈ ਦੈਟ ਇਜ਼ ਕਾਲਡ ਫਰੀਕੁਐਂਸੀ। ਔਰ ਫਰੀਕੁਐਂਸੀ ਦੇ ਜਿਹੜੇ ਐਸਆਈ ਯੂਨਿਟਸ ਮੰਨੇ ਗਏ ਨੇ ਦੈਟ ਇਜ਼ ਹਰਟਸ। ਹਰਟਸ ਇੱਕ ਐਸਆਈ ਯੂਨਿਟ ਹੈ ਜਿਹਦੇ ਨਾਲ ਆਪਾਂ ਫਰੀਕੁਐਂਸੀ ਨੂੰ ਮੈਜ਼ਰ ਕਰਦੇ ਹਾਂ। ਨੈਕਸਟ ਇਜ਼ ਟਾਈਮ ਪੀਰੀਅਡ। ਟਾਈਮ ਪੀਰੀਅਡ ਤੋਂ ਕੀ ਭਾਵ ਹੈ? ਦ ਟਾਈਮ ਪੀਰੀਅਡ ਫॉर ਐਨ ਆਬਜੈਕਟ ਟੂ ਕੰਪਲੀਟ 1 ਰੈਵੋਲੂਸ਼ਨ। ਇੱਕ ਚੱਕਰ ਲਗਾਉਣ ਲੱਗਿਆਂ, ਇੱਕ ਰੈਵੋਲੂਸ਼ਨ ਲਗਾਉਣ ਲੱਗਿਆਂ ਜਿੰਨਾ ਵੀ ਟਾਈਮ ਕਿਸੇ ਆਬਜੈਕਟ ਨੂੰ ਲੱਗਦਾ ਹੈ ਦੈਟ ਇਜ਼ ਡਿਨੋਟਡ ਬਾय ਟਾਈਮ ਪੀਰੀਅਡ। ਟੀ ਕੈਪੀਟਲ ਟੀ ਦੇ ਨਾਲ ਡਿਨੋਟ ਕਰਦੇ ਹਾਂ ਔਰ ਇਹਦਾ ਜਿਹੜਾ ਸਬੰਧ ਫਰੀਕੁਐਂਸੀ ਨਾਲ ਹੈ ਉਹ ਇਨਵਰਸ ਦਾ ਹੈ। ਐਫ ਇਜ਼ ਇਕੁਅਲ ਟੂ 1 ਬਾय ਟੀ ਜਿਹੜਾ ਰਿਲੇਸ਼ਨ ਹੈ ਫਰੀਕੁਐਂਸੀ ਔਰ ਟਾਈਮ ਦੇ ਵਿਚਕਾਰ।
ਫਿਰ ਅੱਗੇ ਗੱਲ ਕਰਾਂਗੇ ਦੋ ਤਰ੍ਹਾਂ ਦੀ ਵੈਲੋਸਿਟੀ ਹੈ। ਜੇ ਆਪਾਂ ਲੀਨੀਅਰ ਵੈਲੋਸਿਟੀ ਦੀ ਗੱਲ ਕਰੀਏ ਤਾਂ ਆਪਾਂ ਉਹਨੂੰ v ਦੇ ਨਾਲ ਡਿਨੋਟ ਕਰਦੇ ਹਾਂ। ਜੇ ਆਪਾਂ ਐਂਗੂਲਰ ਵੈਲੋਸਿਟੀ ਦੀ ਗੱਲ ਕਰੀਏ ਤਾਂ ਆਪਾਂ ਉਹਨੂੰ ਓਮੇਗਾ ਦੇ ਨਾਲ ਡਿਨੋਟ ਕਰਦੇ ਹਾਂ। ਸੋ ਇੱਥੇ ਜੇ ਦੋਵਾਂ ਦਾ ਆਪਾਂ ਰਿਲੇਸ਼ਨ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਇਟ ਕਮਸ ਆਊਟ ਟੂ ਬੀ v ਇਜ਼ ਇਕੁਅਲ ਟੂ ਓਮੇਗਾ r, ਵੇਅਰ v ਇਜ਼ ਕਾਲਡ linear velocity, omega is called angular velocity and r is called radius of the circle. Similarly ਜੇ ਮੈਂ ਰਿਲੇਸ਼ਨ ਦੀ ਗੱਲ ਕਰਾਂ angular acceleration and linear acceleration ਤਾਂ angular acceleration ਨੂੰ ਆਪਾਂ alpha ਦੇ ਨਾਲ ਲਿਖਦੇ ਹਾਂ ਔਰ linear acceleration ਨੂੰ ਆਪਾਂ a ਦੇ ਨਾਲ ਲਿਖਦੇ ਹਾਂ। ਤਾਂ ਜਿਹੜਾ ਰਿਲੇਸ਼ਨ ਆਉਂਦਾ ਹੈ it becomes a is equal to r alpha. a is linear acceleration, r is radius, alpha is angular acceleration. Next बड़ा important topic सेंट्रीपिटल और सेंट्रीफ्यूगल फोर्स ਦੇ ਵਿਚਕਾਰ ਕੀ ਅੰਤਰ ਹੈ। ਹੁਣ ਦੋ ਤਰ੍ਹਾਂ ਦੇ ਆਪਣੇ ਜਿਹੜੇ ਇਹਦੇ 'ਚ ਪੜ੍ਹਨ ਵਾਲੀਆਂ ਚੀਜ਼ਾਂ ਨੇ। ਆਹ ਤੁਸੀਂ ਡਾਇਗਰਾਮ ਧਿਆਨ ਨਾਲ ਦੇਖੋ ਤਾਂ ਸੈਂਟਰੀਫਿਊਗਲ ਦੀ ਹੈ ਔਰ ਆਹ ਤੁਸੀਂ ਧਿਆਨ ਨਾਲ ਦੇਖੋ ਤਾਂ ਸੈਂਟਰੀਪਿਟਲ ਦੀ ਹੈ। ਇੱਕ ਫ਼ਰਕ ਜਿਹੜਾ ਮੈਂ ਤੁਹਾਨੂੰ ਮੇਨ ਦੱਸਣਾ ਚਾਹੂੰਗਾ ਕਿ ਸੈਂਟਰੀਪਿਟਲ ਜਿਹੜਾ ਫੋਰਸ ਹੈ ਉਹ ਹਮੇਸ਼ਾ ਅੰਦਰ ਨੂੰ ਲੱਗਦਾ ਹੈ ਔਰ ਸੈਂਟਰੀਫਿਊਗਲ ਹਮੇਸ਼ਾ ਬਾਹਰ ਨੂੰ ਲੱਗਦਾ ਹੈ। ਤੁਸੀਂ ਐਰੋ ਦੇ ਡਾਇਰੈਕਸ਼ਨ ਤੋਂ ਵੀ ਇੱਥੋਂ ਦੇਖ ਸਕਦੇ ਹੋ, ਰੈੱਡ ਕਲਰ ਦਾ ਐਰੋ ਹੈ। ਸੋ ਇਹਦੀ ਡੈਫੀਨੇਸ਼ਨ ਕੀ ਕਹਿੰਦੀ ਹੈ? ਸਭ ਤੋਂ ਪਹਿਲਾਂ ਜੇ ਮੈਂ ਸੈਂਟਰੀਫਿਊਗਲ ਦੀ ਗੱਲ ਕਰਾਂ ਤਾਂ ਟੈਂਡੈਂਸੀ ਆਫ ਐਨ ਆਬਜੈਕਟ ਫੋਲੋਇੰਗ ਕਾਰਵਡ ਪਾਥ ਟੂ ਫਲਾਈ ਅਵੇ ਫਰੋਮ ਦਾ ਸੈਂਟਰ ਆਫ ਕਰਵੇਚਰ। ਜੇ ਕੋਈ ਚੀਜ਼ ਅਵੇ ਜਾਣ ਦੀ ਕੋਸ਼ਿਸ਼ ਕਰਦੀ ਹੈ ਕਦੋਂ? ਜਦੋਂ ਉਹ ਸਰਕੂਲਰ ਮੋਸ਼ਨ 'ਚ ਮੂਵ ਕਰਦੀ ਹੈ ਤਾਂ ਇਟ ਮੀਨਸ ਉਹਦੇ 'ਤੇ ਕਿਹੜਾ ਫੋਰਸ ਲੱਗ ਰਿਹਾ ਹੈ? ਸੈਂਟਰੀਫਿਊਗਲ। Similarly, the force that keeps object moving with the uniform speed along a circular path. ਇੱਕ ਐਸਾ ਫੋਰਸ ਜਿਹੜਾ ਕਿਸੇ ਵੀ ਆਬਜੈਕਟ ਨੂੰ ਸਰਕੂਲਰ ਪਾਥ ਵਿੱਚ ਘੁਮਾਉਣ ਜਾਂ ਉਹਨੂੰ ਉਸੇ ਡਾਇਰੈਕਸ਼ਨ 'ਚ ਜਾਰੀ ਰੱਖਦਾ ਹੈ, ਉਸ ਤਰ੍ਹਾਂ ਦੇ ਆਪਾਂ ਫੋਰਸ ਨੂੰ ਆਪਾਂ ਸੈਂਟਰੀਪਿਟਲ ਫੋਰਸ ਕਹਿੰਦੇ ਹਾਂ। ਸੈਂਟਰੀਪਿਟਲ ਇਜ਼ ਕਾਲਡ ਰੀਅਲ ਫੋਰਸ, ਜਿਹੜਾ ਸੱਚੀ ਦਾ ਫੋਰਸ ਹੈ, ਔਰ ਸੈਂਟਰੀਫਿਊਗਲ ਇਜ਼ ਕਾਲਡ ਫਿਕਟੀਸ਼ੀਅਸ ਫੋਰਸ। ਫਿਕਟੀਸ਼ੀਅਸ ਮਤਲਬ ਜਿਹੜਾ ਰੀਅਲ ਨਹੀਂ ਹੁੰਦਾ ਬਟ ਉਹ ਕਿਸੇ ਐਕਸ਼ਨ ਦਾ ਰਿਐਕਸ਼ਨ ਹੈ। ਸੋ ਇਸ ਤਰ੍ਹਾਂ ਇਹਨੂੰ ਸਮਝਿਆ ਜਾਏ ਕਿ ਜਿਹੜਾ ਸੈਂਟਰੀਪਿਟਲ ਹੈ ਉਹ ਰੀਅਲ ਫੋਰਸ ਹੈ ਔਰ ਜਿਹੜਾ ਸੈਂਟਰੀਫਿਊਗਲ ਹੈ ਇਟ ਇਜ਼ ਫਿਕਟੀਸ਼ੀਅਸ ਫੋਰਸ। डायरेक्शन में ऑलरेडी दसती है, इट इज़ अलॉन्ग द रेडियस ऑफ द सर्कल फ्रॉम द सेंटर टुवार्ड्स द ऑब्जेक्ट। इट इज़ अलॉन्ग द रेडियस ऑफ द सर्कल फ्रॉम द ऑब्जेक्ट टुवार्ड्स द सेंटर। सेंटर की तरफ होएगा तो सेंट्रीपिटल है, जो ऑब्जेक्ट की तरफ होएगा तो सेंट्रीफ्यूगल है। एग्जाम्पल दस दिंदे आ सेंट्रीफ्यूगल की जिहड़ी एग्जाम्पल है मड फ्लाइंग ऑफ अ टायर। तुसीं देखा होगा कदी कदी ਜਿਹੜਾ ਕਿਚੜ ਹੈ, ਚਿੱਕੜ ਹੈ ਆਪਣਾ ਉਸ ਟਾਇਰ ਦੇ ਸਾਈਕਲ ਜਾਂ ਮੋਟਰ ਬਾਈਕ ਦੇ ਸਾਈਕਲ ਦੇ ਨਾਲ ਉੱਡਦਾ ਹੈ। ਸੋ ਟੈਂਜੈਂਸ਼ੀਅਲ ਡਾਇਰੈਕਸ਼ਨ 'ਚ ਉੱਡਦਾ ਹੈ ਤਾਂ ਉਹ ਜਿਹੜੀ ਐਗਜ਼ਾਮਪਲ ਹੈ ਸੈਂਟਰੀਫਿਊਗਲ ਦੀ ਹੈ। ਸਿਮਿਲਰਲੀ ਸੈਟੇਲਾਈਟ ਜਦੋਂ ਕਿਸੇ ਪਲੈਨਟ ਦੇ ਅਰਾਊਂਡ ਰਿਵੋਲਵ ਕਰਦਾ ਹੈ ਤਾਂ ਉਹ ਐਗਜ਼ਾਮਪਲ ਮੰਨੀ ਜਾਂਦੀ ਹੈ ਸੈਂਟਰੀਪਿਟਲ ਫੋਰਸ ਦੀ। ਨੈਕਸਟ ਟੌਪਿਕ ਇਜ਼ ਕਾਲਡ ਬੈਂਕਿੰਗ ਆਫ ਰੋਡਸ। ਸਾਰਿਆਂ ਨੇ ਆਮ ਤੌਰ 'ਤੇ ਦੇਖਿਆ ਹੋਏਗਾ ਕਿ ਜਦੋਂ ਵੀ ਕੋਈ ਹਾਈਵੇ ਜਾਂ ਲੰਬੀ ਸੜਕ 'ਤੇ ਮੋੜ ਆਉਂਦਾ ਹੈ ਜਾਂ ਕਰਵ ਆਉਂਦਾ ਹੈ ਤਾਂ ਰੋਡ ਦਾ ਇੱਕ ਪਾਸਾ ਜਿਹੜਾ ਇੱਕ ਆਊਟਰ ਐਜ ਹੈ ਉਹਨੂੰ ਥੋੜ੍ਹਾ ਜਿਹਾ ਚੱਕਿਆ ਜਾਂਦਾ ਹੈ ਐਜ਼ ਕੰਪੇਅਰ ਟੂ ਇਨਰ ਐਜ, ਬਿਕੋਜ਼ ਤਾਂ ਕਿ ਤੁਹਾਡਾ ਵਹੀਕਲ ਜਿਹੜਾ ਸੇਫਲੀ ਮੂਵ ਹੋ ਸਕੇ, ਉਹਦੀ ਸਕਿਡਿੰਗ ਨਾ ਹੋਵੇ। ਤਾਂ ਇਸ ਕਰਕੇ ਇਹ ਕੀਤਾ ਜਾਂਦਾ ਹੈ ਔਰ ਇਸ ਪ੍ਰੋਸੈਸ ਦਾ ਨਾਮ ਹੈ ਬੈਂਕਿੰਗ ਆਫ ਰੋਡਸ। ਇਹਨੂੰ ਆਪਾਂ ਕਿਸ ਤਰ੍ਹਾਂ ਦੱਸ ਸਕਦੇ ਹਾਂ? ਦ ਪ੍ਰੋਸੈਸ ਆਫ ਰੇਜ਼ਿੰਗ ਆਫ ਆਊਟਰ ਐਜ ਆਫ ਦ ਰੋਡ ਓਵਰ ਦ ਇਨਰ ਐਜ ਥਰੂ ਅ ਸਰਟਨ ਐਂਗਲ ਇਜ਼ ਕਾਲਡ ਬੈਂਕਿੰਗ ਆਫ ਰੋਡਸ। ਜਦੋਂ ਕੋਈ ਕਰਵ ਆਏਗਾ, ਤੁਸੀਂ ਇਸ ਪਿਕਚਰ 'ਚ ਵੀ ਦੇਖ ਸਕਦੇ ਹੋ ਕਿ ਜਦੋਂ ਇਹ ਮੋੜ ਆਇਆ ਹੈ ਤਾਂ ਆਹ ਹਿੱਸਾ ਅੰਦਰ ਨੂੰ ਹੈ, ਆਹ ਹਿੱਸਾ ਥੋੜ੍ਹਾ ਜਿਹਾ ਬਾਹਰ ਨੂੰ ਉਭਰਿਆ ਹੋਇਆ ਹੈ। ਤਾਂ ਇਹ ਜਿਹੜਾ ਬਾਹਰ ਵਾਲਾ ਹਿੱਸਾ ਉਭਾਰਿਆ ਗਿਆ ਹੈ ਜਾਣ ਬੁੱਝ ਕੇ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਤਾਂ ਕਿ ਵਹੀਕਲ ਸੇਫਲੀ ਉਸ ਥਾਂ ਤੋਂ ਪਾਸ ਹੋ ਸਕੇ, ਉਹਦੀ ਸਕਿਡਿੰਗ ਨਾ ਹੋਵੇ, ਉਹ ਉਲਟ ਨਾ ਜਾਏ, ਉਹ ਉੱਥੇ ਸਕਿਪ ਨਾ ਕਰ ਜੇ, ਉਹ ਉੱਥੋਂ ਉਹ ਸੇਫਲੀ ਮੂਵ ਕਰ ਸਕੇ। ਸੋ ਬੇਸਿਕਲੀ ਜੇ ਆਪਾਂ ਇਹਦੀ ਡਾਇਗਰਾਮ ਨੂੰ ਸਟੱਡੀ ਕਰੀਏ ਤਾਂ ਇੱਕ ਕਿਸੇ ਐਂਗਲ 'ਤੇ ਆਪਣੀ ਕਾਰ ਖੜੀ ਹੈ, ਕਾਰ ਦਾ ਵੇਟ ਨੀਚੇ ਨੂੰ ਲੱਗ ਰਿਹਾ ਹੈ, ਇਹ ਬੈਲੈਂਸ ਆ ਕਾਰ ਦਾ ਵੇਟ ਜਿਹੜਾ ਹੈ ਉਹ ਨੀਚੇ ਨੂੰ ਲੱਗ ਰਿਹਾ ਹੈ। ਇਟ ਇਜ਼ ਬੀਇੰਗ ਬੈਲੈਂਸਡ ਬਾਏ ਆਰ ਕਾਸ ਥੀਟਾ। ਆਰ ਕਾਸ ਥੀਟਾ ਇਜ਼ ਰਿਐਕਸ਼ਨ ਕਾਸ ਥੀਟਾ ਐਂਡ ਦਿਸ ਇਜ਼ ਆਰ ਸਾਈਨ ਥੀਟਾ। ਸੋ ਤੁਸੀਂ ਦੇਖ ਰਹੇ ਹੋ ਜਿਹੜਾ ਵੇਟ ਹੈ, ਵੇਟ ਇਜ਼ ਬੀਇੰਗ ਬੈਲੈਂਸਡ ਬਾਏ ਆਰ ਕਾਸ ਥੀਟਾ। ਹੁਣ ਜਿਹੜਾ ਆਰ ਸਾਈਨ ਥੀਟਾ ਹੈ ਇਹਨੂੰ ਵੀ ਬੈਲੈਂਸ ਕਰਨ ਵਾਸਤੇ ਕੋਈ ਚੀਜ਼ ਚਾਹੀਦੀ ਹੈ, ਉਹ ਜਿਹੜਾ ਫੋਰਸ ਹੋਏਗਾ ਦੈਟ ਵਿਲ ਬੀ ਕਾਲਡ ਸੈਂਟਰੀਪਿਟਲ ਫੋਰਸ। ਨੈਕਸਟ ਸਲਾਈਡ 'ਚ ਆਪਾਂ ਦੇਖ ਸਕਦੇ ਹਾਂ ਕਿ ਆਰ ਕਾਸ ਥੀਟਾ ਇਜ਼ ਇਕੁਅਲ ਟੂ ਐਮ ਜੀ and r sin theta is being managed by mv square by r, and this mv square by r is the value of centripetal force. So ਇਹਨਾਂ ਦੋਵਾਂ ਨੂੰ ਜੇ ਆਪਾਂ ਡਿਵਾਈਡ ਕਰੀਏ ਤਾਂ ਆਪਣੇ ਕੋਲੇ
कट कटा के जो आंसर आएगा दैट इज़ tan थीटा इज इक्वल टू वी स्केयर बाय आर जी। tan थीटा इज इक्वल टू वी स्केयर बाय आर जी, तो थीटा की वैल्यू tan इनवर्स वी स्क्वायर बाय आर जी आएगा, वेयर वी इज़ वेलोसिटी, आर इज़ रेडियस, जी इज़ एक्सलरेशन ड्यू टू ग्रैविटी। इत्थों ये पता लगता है कि किस एंगल ते किन्ने एंगल ते आपां रेज़ करिए किसी रोड नूं ताकि वो सेफली जिहड़ी उत्थों अपना वहीकल है आराम नाल पास हो सके। सो दिस इज़ कॉल्ड बैंकिंग ऑफ रोड्स। ਇਹਦੇ ਨਾਲ ਹੀ ਇੱਕ ਟੌਪਿਕ ਪੜ੍ਹਾਇਆ ਜਾਂਦਾ ਹੈ ਦੈਟ ਇਜ਼ ਕਾਲਡ ਬੈਂਡਿੰਗ ਆਫ ਸਾਈਕਲਿਸਟ। ਤੁਸੀਂ ਦੇਖਿਆ ਹੋਵੇਗਾ ਅਕਸਰ ਹੀ ਜਦੋਂ ਆਪਾਂ ਕਿਸੇ ਚੀਜ਼ ਜਦੋਂ ਆਪਾਂ ਕਿਸੇ ਮੋੜ ਤੋਂ ਮੁੜਦੇ ਹਾਂ ਤਾਂ ਆਪਾਂ ਥੋੜ੍ਹਾ ਜਿਹਾ ਆਪਣਾ ਵਹੀਕਲ ਜਾਂ ਸਾਈਕਲ ਜਾਂ ਮੋਟਰ ਬਾਈਕ ਨੂੰ ਥੋੜ੍ਹਾ ਜਿਹਾ ਆਪਾਂ ਬੈਂਡ ਕਰਕੇ ਚੱਲਦੇ ਹਾਂ ਨੀਚੇ ਨੂੰ। ਉਹ ਵੀ ਇਸੇ ਲਈ ਹੁੰਦਾ ਹੈ ਕਿ ਜਦੋਂ ਆਪਾਂ ਬੈਂਡ ਹੁੰਦੇ ਹਾਂ ਤਾਂ ਪ੍ਰੋਪਰ ਆਪਾਂ ਨੂੰ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਆਪਣੀ ਸਕਿਡਿੰਗ ਜਾਂ ਸਕਿਪਿੰਗ ਨਹੀਂ ਹੁੰਦੀ ਔਰ ਆਪਾਂ ਸੇਫਲੀ ਉੱਥੋਂ ਮੁੜ ਜਾਂਦੇ ਹਾਂ। ਸੋ ਬਿਲਕੁਲ ਇਸੇ ਤਰ੍ਹਾਂ ਦਾ ਹੀ ਡੈਰੀਵੇਸ਼ਨ ਉਸ ਦੀ ਹੈ ਔਰ ਇਹੀ ਐਂਗਲ ਉਸ ਦੇ ਆਨਸਰ ਵਜੋਂ ਵੀ ਆਪਣੇ ਕੋਲੇ tan ਥੀਟਾ ਇਜ਼ ਇਕੁਅਲ ਟੂ ਵੀ ਸਕੇਅਰ ਬਾਏ ਆਰ ਜੀ ਹੀ ਆਉਂਦਾ ਹੈ। ਸੋ ਦੋ ਟੌਪਿਕ ਇਹਦੇ ਨਾਲ ਆਪਾਂ ਕਵਰ ਕਰ ਸਕਦੇ ਹਾਂ, ਇੱਕ ਹੁੰਦਾ ਹੈ ਬੈਂਕਿੰਗ ਆਫ ਰੋਡਸ, ਅਨਦਰ ਵਨ ਇਜ਼ ਬੈਂਡਿੰਗ ਆਫ ਸਾਈਕਲਿਸਟ। ਦ ਸਾਈਕਲਿਸਟ ਬੈਂਡਸ ਅ ਬਿਟ ਵਾਈਲ ਮੂਵਿੰਗ ਔਨ ਅ ਕਰਵਡ ਪਾਥ, ਜਾਂ ਮੋੜ ਤੋਂ ਮੁੜਦੇ ਸਮੇਂ ਉਹ ਥੋੜ੍ਹਾ ਜਿਹਾ ਝੁਕਦਾ ਹੈ, ਮੁੜਦਾ ਹੈ ताकि ਉਹਦੀ ਸਕਿਡਿੰਗ ਜਾਂ ਸਕਿਪਿੰਗ ਨਾ ਹੋਵੇ। ਥੈਂਕ ਯੂ। ਸੋ ਦਿਸ ਵਾਜ਼ ਬੈਂਡਿੰਗ ਆਫ ਸਾਈਕਲਿਸਟ ਐਂਡ ਬੈਂਕਿੰਗ ਆਫ ਰੋਡਸ। ਹੁਣ ਲਾਸਟ 'ਚ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਐਪਲੀਕੇਸ਼ਨ ਜਿਹੜੇ ਮੋਸ਼ਨ ਵਾਲੇ ਚੈਪਟਰ ਦੀ ਕਿੱਥੇ ਪਾਈ ਜਾਂਦੀ ਹੈ। ਇਹਦੀ ਆਪਾਂ ਐਪਲੀਕੇਸ਼ਨ ਪੜ੍ਹਨੀ ਹੈ ਮੋਸ਼ਨ ਆਫ ਅ ਲਿਫਟ 'ਚ। ਸਪੋਜ਼ ਆਪਣੇ ਕੋਲੇ ਕੋਈ ਲਿਫਟ ਹੈ, ਇਹਦਾ ਵੇਟ ਨੀਚੇ ਨੂੰ ਲੱਗ ਰਿਹਾ ਹੈ mg ਔਰ ਜਿਹੜੀ ਰਿਐਕਸ਼ਨ ਹੈ ਉਹ ਉੱਪਰ ਨੂੰ ਲੱਗ ਰਹੀ ਹੈ ਦੈਟ ਇਜ਼ r। ਸੋ ਜਦੋਂ ਇਹ ਲਿਫਟ ਰੈਸਟ 'ਚ ਹੈ ਤਾਂ ਸਿੰਪਲੀ ਜਿਹੜਾ ਵੇਟ ਹੈ ਕਿਸੇ ਦਾ mg ਦੈਟ ਇਜ਼ ਨੀਚੇ ਨੂੰ ਲੱਗ ਰਿਹਾ ਹੈ, r ਰਿਐਕਸ਼ਨ ਹੈ, ਤਾਂ ਆਪਸ 'ਚ ਦੋਨੋਂ ਜਣੇ ਇਕੁਏਟ ਹੈ। ਤਾਂ ਪਹਿਲੀ ਜਿਹੜੀ ਐਟ ਰੈਸਟ ਵਾਲਾ ਕੇਸ ਹੈ ਉਹ ਇੱਥੇ ਆ ਜਾਂਦਾ ਹੈ ਕਿ ਲਿਫਟ ਖੜੀ ਹੈ ਔਰ ਉਹਦੇ 'ਚ ਕੁਝ ਕਿਸੇ ਤਰ੍ਹਾਂ ਦੀ ਮੂਵਮੈਂਟ ਨਹੀਂ ਹੈ, ਦਾ r ਇਜ਼ ਬੀਇੰਗ ਬੈਲੈਂਸਡ ਬਾਏ mg। ਸਿਮਿਲਰਲੀ ਜਦੋਂ ਦੂਜਾ ਆਉਂਦਾ ਹੈ ਡਾਊਨਵਰਡ ਮੋਸ਼ਨ, ਸਪੋਜ਼ ਇਹ ਲਿਫਟ ਮੂਵ ਕਰ ਰਹੀ ਹੈ ਨੀਚੇ ਨੂੰ ਕਿੰਨੀ ਉਹਦੇ ਨਾਲ ਐਕਸਲਰੇਸ਼ਨ ਨਾਲ, a ਐਕਸਲਰੇਸ਼ਨ ਨਾਲ, ਤਾਂ ਜਿਹੜਾ ਨੈਟ ਵੇਟ ਐਪਰੈਂਟ ਵੇਟ ਹੈ ਉਹ r ਇਜ਼ ਇਕੁਅਲ ਟੂ mg ਮਾਈਨਸ a ਹੋ ਜਾਂਦਾ ਹੈ। ਬਿਕੋਜ਼ ਨੀਚੇ ਵਾਲਾ ਜਿਹੜਾ mg ਹੈ ਉਹਦੀ ਵੇਟ mg ਜ਼ਿਆਦਾ ਹੋਊਗਾ ਤਾਂ ਹੀ ਉਹ ਲਿਫਟ ਨੂੰ ਨੀਚੇ ਆਊਗਾ ਐਜ਼ ਕੰਪੇਅਰ ਟੂ r, ਤਾਂ ਇਹਦਾ ਜਿਹੜਾ ਨੈਟ ਵੇਟ ਹੈ ਉਹ ਆਪਾਂ ਨੂੰ ਘੱਟ ਨਜ਼ਰ ਆਏਗਾ। ਸਿਮਿਲਰਲੀ ਜੇ ਇਹ ਮੋਸ਼ਨ ਉੱਪਰ ਦੀ ਤਰਫ ਹੋ ਜਾਂਦਾ ਹੈ ਦੈਨ ਕਮਸ ਦ ਥਰਡ ਕੇਸ ਦੈਟ ਇਜ਼ ਅਪਵਰਡ ਮੋਸ਼ਨ। ਅਪਵਰਡ ਮੋਸ਼ਨ 'ਚ ਜਿਹੜਾ ਐਪਰੈਂਟ ਵੇਟ ਹੈ ਉਹ ਜ਼ਿਆਦਾ ਹੁੰਦਾ ਹੈ, r ਇਜ਼ ਇਕੁਅਲ ਟੂ mg ਪਲੱਸ a ਹੋ ਜਾਏਗਾ। ਬਿਕੋਜ਼ ਹੁਣ ਉੱਪਰ ਵਾਲਾ ਪੋਰਸ਼ਨ ਜਿਹੜਾ a ਹੈ ਇਹਦੀ ਵੈਲਿਊ ਜ਼ਿਆਦਾ ਹੋ ਜਾਏਗੀ ਇਹਦੇ ਨਾਲੋਂ, ਸੋ ਟੋਟਲ ਵੇਟ 'ਚ ਐਡ ਕਰ ਜਾਣਗੇ। ਸੋ r ਇਜ਼ ਇਕੁਅਲ ਟੂ mg ਪਲੱਸ a। ਔਰ ਇੱਕ ਕੇਸ ਹੋਰ ਹੁੰਦਾ ਹੈ ਦੈਟ ਇਜ਼ ਫ੍ਰੀ ਫਾਲ, ਉਹਦੇ 'ਚ ਟੋਟਲ ਵੇਟ ਲੈਸਨੈਸ ਹੋ ਜਾਂਦੀ ਹੈ ਬਿਕੋਜ਼ g ਬਿਕਮਸ ਇਕੁਅਲ ਟੂ a। ਜਦੋਂ ਤੁਸੀਂ ਇਹਦੇ 'ਚ ਪਾਓਗੇ ਤਾਂ g ਇਹਦੇ ਇਕੁਅਲ ਹੋ ਜਾਏਗਾ ਐਂਡ ਟੋਟਲ ਵੇਟ ਵਿਲ ਬੀ 0। ਇਟ ਅਪੀਅਰਸ ਕਿ ਜਿਹੜਾ ਹੈ ਉਹ ਵੇਟ ਲੈਸਨੈਸ ਦੀ ਸਟੇਟ ਆਪਣੇ ਕੋਲੇ ਆ ਗਈ ਹੈ। ਸੋ ਇਸੇ ਦੇ ਨਾਲ ਹੀ ਫੋਰਸ ਐਂਡ ਮੋਸ਼ਨ ਚੈਪਟਰ ਇੰਨਾ ਹੀ ਸੀ। ਸੋ ਉਮੀਦ ਹੈ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ ਸੋ ਮਚ।